ਪਿਆਰੇ ਬੱਚਿਓ, ਇਸ ਵੀਡੀਓ ਲੈਕਚਰ ਵਿੱਚ ਅੱਜ ਆਪਾਂ 9th ਕਲਾਸ ਦੀ ਇੰਗਲਿਸ਼ ਸਪਲੀਮੈਂਟਰੀ ਬੁੱਕ ਦਾ ਦੂਸਰਾ ਲੈਸਨ ਕਰਾਂਗੇ, ਜਿਸ ਦਾ ਨਾਮ ਹੈ ਵਿਸ਼ਜ਼ ਕਮ ਟਰੂ, ਭਾਵ ਇੱਛਾਵਾਂ ਪੂਰੀਆਂ ਹੋਣਾ। ਬੇਟਾ, ਇਹ ਲੈਸਨ ਰਵਿੰਦਰ ਨਾਥ ਟੈਗੋਰ ਜੀ ਦੁਆਰਾ ਲਿਖਿਆ ਗਿਆ ਹੈ। ਸਭ ਤੋਂ ਪਹਿਲਾਂ ਆਪਾਂ ਇਸ ਲੈਸਨ ਦੀ ਇੰਟਰੋਡਕਸ਼ਨ ਪੜਾਂਗੇ। ਸੁਸ਼ੀਲ ਚੰਦਰ ਵਾਂਟਡ ਟੂ ਡੂ ਵਟ ਐਵਰ ਪਲੀਜ਼ਡ ਹਿਮ। ਸੁਸ਼ੀਲ ਚੰਦਰ ਕੀ ਚਾਹੁੰਦਾ ਸੀ ਕਿ ਉਹ ਸਭ ਕੁਝ ਕਰੇ ਜੋ ਉਸ ਨੂੰ ਖੁਸ਼ੀ ਦੇਵੇ। ਪਲੇ ਆਲ ਡੇ, ਸਾਰਾ ਦਿਨ ਖੇਡਣਾ। ਕਲਾਈਮ ਟਰੀਜ਼, ਦਰਖਤਾਂ ਉੱਪਰ ਚੜ੍ਹਨਾ। ਐਂਡ ਮਿਸ ਸਕੂਲ, ਅਤੇ ਸਕੂਲ ਤੋਂ ਛੁੱਟੀ ਮਾਰ ਲੈਣਾ, ਸਕੂਲ ਨੂੰ ਮਿਸ ਕਰ ਦੇਣਾ। whereas his father ਸੁਬਲ ਚੰਦਰ longed to have his childhood back। ਦੂਸਰੇ ਪਾਸੇ ਉਸਦੇ ਪਿਤਾ ਸੁਬਲ ਚੰਦਰ ਉਹ ਕੀ ਇੱਛਾ ਕਰਦੇ ਸਨ ਕਿ ਆਪਣਾ ਬਚਪਨ ਉਹਨਾਂ ਦਾ ਵਾਪਸ ਆ ਜਾਵੇ। ਸੋ ਦੈਟ ਹੀ ਕੁਡ ਸਟੱਡੀ, ਤਾਂ ਕਿ ਉਹ ਦੁਬਾਰਾ ਪੜ੍ਹ ਸਕਣ। The lady of wishes decided to fulfill their wishes for some time। ਲੇਡੀ ਆਫ ਵਿਸ਼ਜ਼, ਇੱਛਾਵਾਂ ਦੀ ਦੇਵੀ ਨੇ ਕੀ ਫੈਸਲਾ ਕੀਤਾ ਕਿ ਕੁਝ ਸਮੇਂ ਦੇ ਲਈ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਕਰ ਦੇਵਾਂ। ਵਰ ਦੇ ਹੈਪੀ ਵਿਦ ਦਾ ਚੇਂਜ। ਹੁਣ ਆਪਾਂ ਦੇਖਦੇ ਹਾਂ ਕਿ ਉਹ ਖੁਸ਼ ਸਨ ਇਸ ਬਦਲਾਅ ਦੇ ਨਾਲ। ਜੋ ਲੇਡੀ ਆਫ ਵਿਸ਼ਜ਼ ਨੇ, ਇੱਛਾਵਾਂ ਦੀ ਪੂਰਤੀ ਨੇ ਕੁਝ ਸਮੇਂ ਦੇ ਲਈ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਕਰ ਦਿੱਤੀਆਂ ਸਨ। ਕੀ ਉਹ ਆਪਣੀਆਂ ਇੱਛਾਵਾਂ ਪੂਰੀਆਂ ਹੋਣ ਤੇ ਖੁਸ਼ ਸਨ? ਇਹ ਆਪਾਂ ਲੈਸਨ ਦੇ ਵਿੱਚ ਦੇਖਦੇ ਹਾਂ। ਲੈਟਸ ਸਟਾਰਟ। ਸੁਬਲ ਚੰਦਰ ਸਨ ਵਾਸ ਕਾਲਡ ਸੁਸ਼ੀਲ ਚੰਦਰ। ਸੁਬਲ ਚੰਦਰ ਦੇ ਪੁੱਤਰ ਦਾ ਨਾਮ ਕੀ ਸੀ? ਸੁਸ਼ੀਲ ਚੰਦਰ। ਬਟ ਅ ਨੇਮ ਆਲਵੇਜ਼ ਡਜ਼ ਨਾਟ ਰਿਫਲੈਕਟ ਦਾ ਪਰਸਨ। ਪਰ ਇੱਕ ਨਾਮ ਹੈ ਜੋ ਉਹ ਹਮੇਸ਼ਾ ਉਸ ਵਿਅਕਤੀ ਬਾਰੇ ਉਸੇ ਤਰ੍ਹਾਂ ਨਹੀਂ ਦੱਸਦਾ, ਉਸ ਵਿਅਕਤੀ ਦੀ ਸ਼ਖਸੀਅਤ ਨੂੰ ਨਹੀਂ ਦੱਸਦਾ। ਸੁਬਲ ਮੀਨ ਸਟਰੋਂਗ। ਸੁਬਲ ਦਾ ਮਤਲਬ ਹੁੰਦਾ ਹੈ ਸਟਰੋਂਗ, ਸ਼ਕਤੀਸ਼ਾਲੀ। ਬਟ ਹੀ ਵਾਜ਼ ਰਾਦਰ ਫਰੇਲ। ਪਰ ਜੋ ਸੁਬਲ ਚੰਦਰ ਸੀ ਉਹ ਤਾਂ ਕਾਫੀ ਦੁਬਲਾ ਪਤਲਾ ਸੀ। ਫਰੇਲ ਹੁੰਦਾ ਬੇਟਾ ਦੁਬਲਾ ਪਤਲਾ। ਸੁਸ਼ੀਲ ਵਾਜ਼ ਨਾਟ ਸੋ ਵੈਲ ਬਿਹੇਵਡ ਦੋ ਹਿਜ਼ ਨੇਮ ਮੀਨ ਜਸਟ ਦੈਟ। ਜੋ ਸੁਬਲ ਚੰਦਰ ਦਾ ਬੇਟਾ ਸੀ ਸੁਸ਼ੀਲ, ਉਹ ਬਹੁਤੇ ਵਧੀਆ ਵਿਵਹਾਰ ਵਾਲਾ ਨਹੀਂ ਸੀ, ਭਾਵੇਂ ਉਸਦੇ ਨਾਮ ਦਾ ਮਤਲਬ ਸੁਸ਼ੀਲ ਭਾਵ ਚੰਗੇ ਵਿਵਹਾਰ ਵਾਲਾ, ਪਰ ਉਹ ਵੀ ਆਪਣੇ ਨਾਮ ਦੇ ਬਿਲਕੁਲ ਉਲਟ ਸੀ। The boy was always annoying the neighbors with his pranks। ਜੋ ਇਹ ਲੜਕਾ ਸੀ ਆਪਣੇ ਸ਼ਰਾਰਤਾਂ ਦੇ ਨਾਲ ਆਪਣੇ ਗੁਆਂਢੀਆਂ ਨੂੰ ਹਮੇਸ਼ਾ ਪਰੇਸ਼ਾਨ ਕਰਦਾ ਰਹਿੰਦਾ ਸੀ। So his father would often run after him to punish him। ਇਸ ਲਈ ਉਸਦੇ ਪਿਤਾ ਅਕਸਰ ਉਸਦੇ ਪਿੱਛੇ ਦੌੜਿਆ ਕਰਦੇ ਸੀ ਉਸਨੂੰ ਸਜ਼ਾ ਦੇਣ ਦੇ ਲਈ। But the father was rheumatic। ਪਰ ਜੋ ਪਿਤਾ ਸੀ ਉਹਨਾਂ ਨੂੰ ਗਠੀਆ ਹੋਇਆ ਸੀ। While the boy ran like a deer। ਜਦਕਿ ਜੋ ਲੜਕਾ ਸੀ ਉਹ ਇੱਕ ਹਿਰਨ ਦੀ ਤਰ੍ਹਾਂ ਦੌੜਦਾ ਸੀ। So the blows did not always hit the mark। ਇਸ ਲਈ ਜੋ ਸੁਬਲ ਚੰਦਰ ਉਸ ਉੱਤੇ ਕੋਈ ਨਿਸ਼ਾਨਾ ਬਿੰਨਦਾ, ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਦਾ, ਜੋ ਸੁਸ਼ੀਲ ਸੀ ਉਹ ਹਮੇਸ਼ਾ ਆਪਣੀ ਤੇਜ਼ ਰਫ਼ਤਾਰ ਦੇ ਕਰਕੇ ਬਚ ਜਾਂਦਾ, ਨਿਸ਼ਾਨਾ ਉਸ ਨੂੰ ਹਿੱਟ ਨਾ ਕਰਦਾ। It was Saturday when school closed early at 2 o'clock। ਅੱਜ ਸ਼ਨੀਵਾਰ ਦਾ ਦਿਨ ਸੀ ਤੇ ਸਕੂਲ ਨੇ 2 ਵਜੇ ਹੀ ਬੰਦ ਹੋ ਜਾਣਾ ਸੀ। But ਸੁਸ਼ੀਲ did not feel like going to school at all। ਪਰ ਅੱਜ ਜੋ ਸੁਸ਼ੀਲ ਸੀ ਉਹ ਬਿਲਕੁਲ ਵੀ ਸਕੂਲ ਜਾਣਾ ਪਸੰਦ ਨਹੀਂ ਕਰ ਰਿਹਾ ਸੀ। There were several reasons for this। ਇਸ ਦੇ ਲਈ ਕਾਫੀ ਕਾਰਨ ਸਨ ਕਿ ਉਹ ਸਕੂਲ ਨਹੀਂ ਜਾਣਾ ਚਾਹੁੰਦਾ ਸੀ ਅੱਜ। ਫਸਟ, ਪਹਿਲਾ ਕਾਰਨ ਕੀ ਸੀ? There was going to be a geography test। ਸਕੂਲ ਵਿੱਚ ਅੱਜ ਇੱਕ ਜਿਓਗ੍ਰਾਫੀ ਦਾ ਟੈਸਟ ਹੋਣਾ ਸੀ। ਐਂਡ ਸੈਕੰਡ, ਦੂਸਰਾ ਕਾਰਨ ਕੀ ਸੀ? There would be a fireworks show in the evening at the Bosses। ਤੇ ਅੱਜ ਇੱਕ ਪਟਾਕਿਆਂ ਦਾ ਸ਼ੋਅ ਵੀ ਹੋਣਾ ਸੀ ਸ਼ਾਮ ਨੂੰ ਬੋਸਸ ਦੇ ਘਰ। ਬੋਸਸ ਬੇਟਾ ਇਹ ਗੋਤ ਹੈ ਕਿਸੇ ਦਾ। ਜਿਸ ਤਰ੍ਹਾਂ ਜਗਦੀਸ਼ ਚੰਦਰ ਬੋਸ ਹਨ, ਇਸੇ ਤਰ੍ਹਾਂ ਹੀ ਉੱਥੇ ਇੱਕ ਬੋਸਸ ਦਾ ਘਰ ਸੀ। ਉਹਨਾਂ ਦੇ ਘਰੇ ਕੀ ਹੋਣਾ ਸੀ? ਪਟਾਕਿਆਂ ਦਾ ਇੱਕ ਸ਼ੋਅ ਹੋਣਾ ਸੀ। ਫॉर ਵਿਚ ਦੇ ਵਰ ਗੋਇੰਗ ਟੂ ਪ੍ਰਪੇਅਰ
from the morning, ਜਿਸ ਦੇ ਲਈ ਉਹ ਸੁਬਾਹ ਤੋਂ ਹੀ ਤਿਆਰੀਆਂ ਕਰ ਰਹੇ ਸਨ। ਸੁਸ਼ੀਲ had planned to spend the whole day there. ਸੁਸ਼ੀਲ ਨੇ ਪਹਿਲਾਂ ਹੀ ਇਹ ਯੋਜਨਾ ਬਣਾਈ ਹੋਈ ਸੀ ਕਿ ਸਾਰਾ ਦਿਨ ਉਹ ਉੱਥੇ ਹੀ ਬਿਤਾਵੇਗਾ। So he went back to bed with it. It was time for when it was time for school. ਸੁਸ਼ੀਲ ਨੇ ਕੀ ਕੀਤਾ, ਜਦ ਸਕੂਲ ਜਾਣ ਦਾ ਟਾਈਮ ਹੋ ਗਿਆ ਸੁਬਾਹ, ਉਹ ਆਪਣੇ ਬੈੱਡ ਉੱਪਰ ਜਾ ਕਰ ਦੁਬਾਰਾ ਲੇਟ ਗਿਆ। His father came and asked. ਉਸਦੇ ਪਿਤਾ ਜੀ ਆਏ ਅਤੇ ਪੁੱਛਿਆ, What is wrong? Why are you in bed? Are not you going to school? ਕੀ ਹੋਇਆ ਹੈ ਤੈਨੂੰ? ਕੀ ਤੂੰ ਹੁਣ ਫੇਰ ਤੂੰ ਬੈੱਡ ਉੱਪਰ ਲੇਟ ਗਿਆ ਹੈ? ਕੀ ਤੂੰ ਸਕੂਲ ਨਹੀਂ ਜਾ ਰਿਹਾ? I have got a tummy ache. ਮੇਰਾ ਪੇਟ ਦਰਦ ਕਰ ਰਿਹਾ ਹੈ। I can't go to school today, said ਸੁਸ਼ੀਲ। ਸੁਸ਼ੀਲ ਨੇ ਕੀ ਕਿਹਾ ਕਿ ਅੱਜ ਮੇਰਾ ਪੇਟ ਦਰਦ ਕਰ ਰਿਹਾ ਹੈ ਅਤੇ ਮੈਂ ਸਕੂਲ ਨਹੀਂ ਜਾ ਸਕਦਾ। ਸੁਬਲ could easily see that the boy was making it up. ਜੋ ਸੁਬਲ ਸੀ ਉਸਦਾ ਪਿਤਾ, ਉਹ ਆਸਾਨੀ ਨਾਲ ਹੀ ਇਹ ਗੱਲ ਸਮਝ ਗਿਆ ਕਿ ਲੜਕਾ ਬਹਾਨੇ ਬਣਾ ਰਿਹਾ ਸੀ। So he said to himself. ਇਸ ਲਈ ਸੁਬਲ ਨੇ ਆਪਣੇ ਮਨ ਦੇ ਵਿੱਚ ਹੀ ਕੀ ਸੋਚਿਆ, Wait, I must teach him a lesson. ਚਲੋ, ਮੈਂ ਜ਼ਰੂਰ ਇਸ ਨੂੰ ਇੱਕ ਸਬਕ ਸਿਖਾਵਾਂਗਾ। Aloud he said. ਉੱਚੀ ਆਵਾਜ਼ ਵਿੱਚ ਉਸਨੇ ਕਿਹਾ, A tummy ache, is it? ਪੇਟ ਦਰਦ ਹੋ ਰਿਹਾ ਹੈ? ਕੀ ਇਸ ਤਰ੍ਹਾਂ ਹੈ? Then you had better stay at home all day. ਤਾਂ ਤੇਰੇ ਲਈ ਚੰਗਾ ਹੈ ਕਿ ਸਾਰਾ ਦਿਨ ਤੂੰ ਘਰੇ ਹੀ ਰਹਿ। Hari can go by himself to see the fireworks at the Bosses. ਹਰੀ ਆਪਣੇ ਆਪ ਹੀ ਚਲਾ ਜਾਏਗਾ ਬੋਸਸ ਦੇ ਘਰ ਫਾਇਰਵਰਕਸ ਦੇਖਣ ਦੇ ਲਈ। And don't have any of those toffees I got for you. ਅਤੇ ਉਹਨਾਂ ਟੌਫੀਜ਼ ਦੇ ਵਿੱਚੋਂ ਵੀ ਤੂੰ ਕੋਈ ਨਾ ਲਈ ਜੋ ਮੈਂ ਤੇਰੇ ਲਈ ਲੈ ਕੇ ਆਇਆ ਸੀ। Just lie down quietly while I mix you some of that bitter medicine. ਤਦ ਤੱਕ ਬਿਲਕੁਲ ਸ਼ਾਂਤੀ ਨਾਲ ਲੇਟਿਆ ਰਹਿ ਜਦ ਤੱਕ ਮੈਂ ਤੇਰੇ ਲਈ ਉਹ ਕੌੜਾ ਮਿਕਸਚਰ ਦਵਾਈ ਦਾ ਨਹੀਂ ਬਣਾ ਲੈਂਦਾ। He locked the boy in and went off to prepare it. ਉਸਨੇ ਲੜਕੇ ਨੂੰ ਅੰਦਰ ਬੰਦ ਕੀਤਾ ਅਤੇ ਦਵਾਈ ਬਣਾਉਣ ਦੇ ਲਈ ਉਹ ਬਾਹਰ ਚਲਾ ਗਿਆ। ਸੁਸ਼ੀਲ was in a fix. ਸੁਸ਼ੀਲ ਹੁਣ ਪੂਰੀ ਤਰ੍ਹਾਂ ਫਸ ਚੁੱਕਾ ਸੀ। He loved toffees just as much as he hated the bitter medicine. ਉਹ ਟੌਫੀਜ਼ ਨੂੰ ਇੰਨਾ ਹੀ ਪਸੰਦ ਕਰਦਾ ਸੀ ਜਿੰਨਾ ਕਿ ਕੌੜੀ ਦਵਾਈ ਨੂੰ ਨਫ਼ਰਤ ਕਰਦਾ ਸੀ। And he also wanted to go to the Bosses house. ਅਤੇ ਉਹ ਵੀ ਬੋਸਸ ਦੇ ਘਰ ਜਾਣਾ ਚਾਹੁੰਦਾ ਸੀ। When Subal Babu returned with a huge ball of medicine. ਜਦ ਸੁਬਲ ਬਾਬੂ ਵਾਪਸ ਆਏ ਇੱਕ ਵੱਡੇ ਬਰਤਨ ਦੇ ਨਾਲ ਜਿਸ ਵਿੱਚ ਮੈਡੀਸਨ ਸੀ, ਸੁਸ਼ੀਲ got up from the bed and said. ਸੁਸ਼ੀਲ ਆਪਣੇ ਬੈੱਡ ਉੱਪਰ ਉੱਠਿਆ ਅਤੇ ਕਿਹਾ, My tummy has stopped aching. ਮੇਰੇ ਪੇਟ ਨੇ ਦੁਖਣਾ ਬੰਦ ਕਰ ਦਿੱਤਾ ਹੈ। I think I will go to school. ਮੈਂ ਸੋਚਦਾ ਹਾਂ ਕਿ ਮੈਂ ਸਕੂਲ ਜਾਵਾਂਗਾ। No, no, said his father. ਨਹੀਂ ਨਹੀਂ, ਪਿਤਾ ਜੀ ਨੇ ਕਿਹਾ। Just drink this up and rest. ਬਸ ਤੂੰ ਇਹ ਦਵਾਈ ਪੀ ਲੈ ਅਤੇ ਰੈਸਟ ਕਰ। He forced the boy to swallow the medicine. ਉਸਨੇ ਲੜਕੇ ਨੂੰ ਫੋਰਸ ਕੀਤਾ, ਉਸ ਤੇ ਜ਼ੋਰ ਪਾਇਆ ਮੈਡੀਸਨ ਪੀਣ ਦੇ ਲਈ। Locked the door again and left. ਦਰਵਾਜ਼ੇ ਨੂੰ ਦੁਬਾਰਾ ਲੌਕ ਕਰ ਦਿੱਤਾ ਅਤੇ ਚਲਾ ਗਿਆ। ਸੁਸ਼ੀਲ cried the whole day and thought. ਸੁਸ਼ੀਲ ਸਾਰਾ ਦਿਨ ਚਿল্ਲਾਉਂਦਾ ਰਿਹਾ ਅਤੇ ਸੋਚਦਾ ਰਿਹਾ, If only I were as old as my father, I could do just as I pleased. ਜੇਕਰ ਮੈਂ ਵੀ ਆਪਣੇ ਪਿਤਾ ਦੀ ਉਮਰ ਦਾ ਹੁੰਦਾ ਤਾਂ ਮੈਂ ਉਹ ਸਭ ਕੁਝ ਕਰ ਸਕਦਾ ਸੀ ਜਿਸ ਨਾਲ ਮੈਨੂੰ ਖੁਸ਼ੀ ਮਿਲਦੀ। No one could lock me up. ਕੋਈ ਵੀ ਮੈਨੂੰ ਫਿਰ ਲੌਕ ਨਹੀਂ ਕਰ ਸਕਦਾ ਸੀ, ਤਾਲਾ ਨਹੀਂ ਲਗਾ ਸਕਦਾ ਸੀ। His father sat outside thinking. ਉਸਦੇ ਪਿਤਾ ਜੀ ਬਾਹਰ ਬੈਠੇ ਸੋਚ ਰਹੇ ਸਨ। My parents pampered me too much. ਮੇਰੇ ਮਾਤਾ ਪਿਤਾ ਨੇ ਮੈਨੂੰ ਬਹੁਤ ਲਾਡ ਪਿਆਰ ਕੀਤਾ। That is why I did not get proper education. ਇਹੀ ਕਾਰਨ ਹੈ ਕਿ ਮੈਂ ਸਹੀ ਤਰੀਕੇ ਨਾਲ ਐਜੂਕੇਸ਼ਨ ਪ੍ਰਾਪਤ ਨਾ ਕਰ ਸਕਿਆ। If I get back my childhood, ਜੇਕਰ ਮੈਂ ਵਾਪਸ ਆਪਣਾ ਬਚਪਨ ਪ੍ਰਾਪਤ ਕਰ ਲਵਾਂ, this time I would study properly and not waste time. ਇਸ ਵਾਰ ਮੈਂ ਵਧੀਆ ਢੰਗ ਨਾਲ, ਸਹੀ ਢੰਗ ਨਾਲ ਪੜਾਂਗਾ ਅਤੇ ਟਾਈਮ ਵੇਸਟ ਨਹੀਂ ਕਰਾਂਗਾ।
ਨਾਓ ਦ ਲੇਡੀ ਆਫ ਵਿਸ਼ਜ਼ ਹੈਪਨ ਟੂ ਪਾਸ ਦੈਟ ਹਾਊਸ। ਹੁਣ ਜੋ ਇੱਛਾਵਾਂ ਦੀ ਦੇਵੀ ਸੀ ਉਹ ਘਰ ਦੇ ਬਾਹਰ ਦੀ ਲੰਘ ਰਹੀ ਸੀ। ਐਂਡ ਹੀਅਰਡ ਵਟ ਦ ਫਾਦਰ ਐਂਡ ਦ ਸਨ ਸੈਡ। ਅਤੇ ਇੱਛਾਵਾਂ ਦੀ ਦੇਵੀ ਨੇ ਉਹ ਸਭ ਕੁਝ ਸੁਣ ਲਿਆ ਜੋ ਪਿਤਾ ਨੇ ਅਤੇ ਪੁੱਤਰ ਨੇ ਕਿਹਾ ਸੀ। ਵੈਲ, let me make their wishes come true for some time and see what happens। ਇੱਛਾਵਾਂ ਦੀ ਦੇਵੀ ਨੇ ਕੀ ਸੋਚਿਆ, ਚਲੋ ਕੁਝ ਸਮੇਂ ਦੇ ਲਈ ਇਹਨਾਂ ਦੀਆਂ ਇੱਛਾਵਾਂ ਪੂਰੀਆਂ ਕਰ ਦਿੰਦੀ ਹਾਂ ਅਤੇ ਫਿਰ ਵੇਖਦੀ ਹਾਂ ਕਿ ਕੀ ਹੁੰਦਾ ਹੈ। ਸੋ ਸ਼ੀ ਅਪੀਅਰਡ ਬਿਫੋਰ ਦਾ ਫਾਦਰ ਐਂਡ ਟੋਲਡ ਹਿਮ। ਇਸ ਲਈ ਉਹ ਪਿਤਾ ਦੇ ਸਾਹਮਣੇ ਪ੍ਰਗਟ ਹੋਈ ਅਤੇ ਉਸਨੂੰ ਕੀ ਕਿਹਾ, ਯੂ ਵਿਲ ਹੈਵ ਵਟ ਯੂ ਵਾਂਟ। ਤੁਹਾਨੂੰ ਮਿਲੇਗਾ ਜੋ ਤੁਸੀਂ ਚਾਹੁੰਦੇ ਹੋ। ਟੁਮਾਰੋ ਯੂ ਵਿਲ ਬੀ ਯੂਅਰ ਸਨਸ ਏਜ। ਕੱਲ ਨੂੰ ਤੁਸੀਂ ਆਪਣੇ ਪੁੱਤਰ ਦੀ ਉਮਰ ਦੇ ਹੋ ਜਾਓਗੇ। ਟੂ ਦਾ ਸਨ ਸ਼ੀ ਸੈਡ। ਅਤੇ ਲੜਕੇ ਨੂੰ ਇੱਛਾਵਾਂ ਦੀ ਦੇਵੀ ਨੇ ਕੀ ਕਿਹਾ, ਯੂ ਵਿਲ ਬੀ ਐਜ਼ ਓਲਡ ਐਜ਼ ਯੂਅਰ ਫਾਦਰ ਟੁਮਾਰੋ। ਤੇ ਤੁਸੀਂ ਆਪਣੇ ਪਿਤਾ ਦੀ ਉਮਰ ਦੇ ਹੋ ਜਾਵੋਗੇ ਕੱਲ ਨੂੰ। ਬੋਥ ਆਫ them were happy to hear this। ਉਹ ਦੋਵੇਂ ਹੀ ਬੜੇ ਖੁਸ਼ ਸਨ ਇਹ ਗੱਲ ਸੁਣ ਕੇ। ਓਲਡ ਸੁਬਲ ਚੰਦਰਾ did not sleep well at night। ਜੋ ਬੁੱਢਾ ਸੁਬਲ ਚੰਦਰ ਸੀ, ਪਿਤਾ ਸੀ ਜੋ, ਉਹ ਸਾਰੀ ਰਾਤ ਚੰਗੀ ਤਰ੍ਹਾਂ ਨਾ ਸੌਂ ਸਕਿਆ। He fell asleep only towards the morning। ਉਸਨੂੰ ਸਵੇਰੇ ਜਾ ਕੇ ਨੀਂਦ ਆਈ। But today a strange thing happened। ਪਰ ਅੱਜ ਇੱਕ ਅਜੀਬ ਹੀ ਗੱਲ ਵਾਪਰੀ। He leapt out of the bed at the crack of the dawn। ਸੁਬਾਹ ਹੁੰਦੇ ਹੀ, ਸਵੇਰ ਹੁੰਦੇ ਹੀ ਉਹ ਆਪਣੇ ਬੈੱਡ ਤੋਂ ਉੱਠਿਆ। He discovered that he had become very small। ਪਿਤਾ ਨੇ ਕੀ ਵੇਖਿਆ ਕਿ ਉਹ ਬਹੁਤ ਹੀ ਛੋਟਾ ਹੋ ਚੁੱਕਾ ਸੀ। He had got back all his teeth। ਉਸਨੇ ਆਪਣੇ ਸਾਰੇ ਦੰਦ ਦੁਬਾਰੇ ਪ੍ਰਾਪਤ ਕਰ ਲਏ ਸਨ। And lost his beard and moustache। ਅਤੇ ਆਪਣੀ ਦਾੜੀ ਅਤੇ ਮੁੱਛਾਂ ਗਵਾ ਚੁੱਕੇ ਸਨ। ਉਸਦੇ ਪਿਤਾ ਦੇ ਹੁਣ ਦੰਦ ਵਾਪਸ ਆ ਗਏ ਸਨ ਅਤੇ ਦਾੜੀ ਅਤੇ ਮੁੱਛਾਂ ਚਲੀਆਂ ਗਈਆਂ ਸਨ। His clothes were now much too big for him। ਉਸਦੇ ਕੱਪੜੇ ਹੁਣ ਉਸਦੇ ਲਈ ਕਾਫੀ ਵੱਡੇ ਸਨ, ਕਿਉਂਕਿ ਪਿਤਾ ਜਦ ਰਾਤ ਨੂੰ ਸੁੱਤੇ ਸਨ ਤਾਂ ਵੱਡੇ ਕੱਪੜੇ ਪਾ ਕੇ ਹੀ ਸੁੱਤੇ ਸਨ, ਪਰ ਸਵੇਰ ਜਦ ਉਹ ਉੱਠੇ ਤਾਂ ਉਹ ਬੱਚੇ ਬਣ ਚੁੱਕੇ ਸਨ ਅਤੇ ਉਹਨਾਂ ਦੇ ਕੱਪੜੇ ਜੋ ਸਨ ਉਹ ਉਹਨਾਂ ਦੇ ਲਈ ਹੁਣ ਕਾਫੀ ਵੱਡੇ ਲੱਗ ਰਹੇ ਸਨ। Meanwhile, our ਸੁਸ਼ੀਲ ਚੰਦਰ just could not get up today। ਦੂਸਰੇ ਪਾਸੇ ਜੋ ਸੁਸ਼ੀਲ ਚੰਦਰ ਸੀ ਉਹ ਸਵੇਰ ਉੱਠ ਹੀ ਨਾ ਸਕਿਆ। When at last he was woken up by his father's shouts। ਜਦ ਆਖਿਰ ਵਿੱਚ ਉਹ ਉੱਠਿਆ ਆਪਣੇ ਪਿਤਾ ਦੀਆਂ ਚਿল্ਲਾਉਣ ਦੀਆਂ ਆਵਾਜ਼ਾਂ ਸੁਣ ਕੇ, ਕਿਉਂਕਿ ਪਿਤਾ ਹੁਣ ਬੱਚਾ ਬਣ ਚੁੱਕਾ ਸੀ ਅਤੇ ਉਹ ਚਿল্ਲਾ ਰਿਹਾ ਸੀ। ਉਸਦੇ ਚਿল্ਲਾਉਣ ਦੀਆਂ ਆਵਾਜ਼ਾਂ ਸੁਣ ਕੇ ਸਵੇਰ ਜਦ ਸੁਸ਼ੀਲ ਚੰਦਰ ਉੱਠਿਆ, ਜੋ ਕਿ ਹੁਣ ਵੱਡਾ ਹੋ ਚੁੱਕਾ ਸੀ, he found that he had grown so much overnight। ਸੁਸ਼ੀਲ ਚੰਦਰ ਨੇ ਕੀ ਵੇਖਿਆ ਕਿ ਰਾਤੋਂ ਰਾਤ ਉਹ ਬਹੁਤ ਜ਼ਿਆਦਾ ਵੱਡਾ ਹੋ ਚੁੱਕਾ ਸੀ। that his clothes had burst their seams। ਕਿ ਉਸਦੇ ਕੱਪੜੇ ਸਿਉਣਾ ਤੋਂ ਫੜ ਚੁੱਕੇ ਸਨ। His face was covered with grey stubble। ਉਸਦਾ ਚਿਹਰਾ ਸੀ ਜੋ ਸਫੇਦ ਸਟੱਬਲ ਹੁੰਦੇ ਆ ਬੇਟਾ, ਦਾੜੀ ਦੇ ਜੋ ਛੋਟੇ ਛੋਟੇ ਵਾਲ ਹੁੰਦੇ ਆ ਜੋ ਸ਼ੇਵ ਕਰਨ ਤੋਂ ਬਾਅਦ ਹਰ ਰੋਜ਼ ਨਿਕਲ ਆਉਂਦੇ ਆ, ਛੋਟੇ ਛੋਟੇ ਵਾਲ, ਉਹਨਾਂ ਨੂੰ ਖੁੰਟੇ ਜਾਂ ਸਟੱਬਲ ਕਹਿ ਦਿੰਦੇ ਹਨ। ਤਾਂ ਕੀ ਵੇਖਿਆ, ਸੁਸ਼ੀਲ ਚੰਦਰ ਜੋ ਕਿ ਹੁਣ ਵੱਡਾ ਹੋ ਚੁੱਕਾ ਸੀ, ਉਸਨੇ ਕੀ ਵੇਖਿਆ ਕਿ ਉਸਦੇ ਕੱਪੜੇ ਸਿਉਣਾ ਤੋਂ ਫੜ ਚੁੱਕੇ ਸਨ ਅਤੇ ਉਸਦਾ ਚਿਹਰਾ ਜੋ ਦਾੜੀ ਦੇ ਸਫੇਦ ਖੁੰਟਿਆਂ ਦੇ ਨਾਲ ਭਰ ਚੁੱਕਾ ਸੀ। ਐਂਡ ਹੀ ਹੈਡ ਆਲਸੋ ਬਿਕਮ ਬਾਲਡ। ਅਤੇ ਉਹ ਗੰਜਾ ਵੀ ਹੋ ਚੁੱਕਾ ਸੀ। He did not feel like getting up at all। ਉਹ ਹੁਣ ਉੱਠਣਾ ਬਿਲਕੁਲ ਵੀ ਪਸੰਦ ਨਹੀਂ ਕਰ ਰਿਹਾ ਸੀ। He yawned again and again। ਉਹ ਵਾਰ-ਵਾਰ ਉਬਾਸੀਆਂ ਲੈ ਰਿਹਾ ਸੀ। The noise by his father finally made him get up। ਜੋ ਉਸਦਾ ਪਿਤਾ ਜੋ ਕਿ ਹੁਣ ਬੱਚਾ ਬਣ ਚੁੱਕਾ ਸੀ, ਉਸਦੀ ਆਵਾਜ਼ ਨੇ ਉਸਨੂੰ ਉਠਾ ਦਿੱਤਾ ਸੀ। ਸੁਸ਼ੀਲ ਚੰਦਰ ਨੂੰ ਜੋ ਕਿ ਵੱਡਾ ਬਣ ਚੁੱਕਾ ਸੀ, ਉਸਨੂੰ ਬਿਸਤਰ ਤੋਂ ਉਠਾ ਦਿੱਤਾ ਸੀ। Their wishes had come true। ਹੁਣ ਦੋਵਾਂ ਦੀਆਂ, ਪਿਤਾ ਦੀ ਵੀ ਅਤੇ ਪੁੱਤਰ ਦੀ ਵੀ ਇੱਛਾਵਾਂ ਪੂਰੀਆਂ ਹੋ ਚੁੱਕੀਆਂ ਸਨ। But it only made trouble for them। ਪਰ ਇਸ ਗੱਲ ਨੇ ਉਹਨਾਂ ਦੋਵਾਂ ਦੇ ਲਈ ਮੁਸੀਬਤ ਹੀ ਪੈਦਾ ਕੀਤੀ। Sushil had always imagined that if he grew up and be free like his father,
He would climb trees, dive into the pool. ਜੋ ਸੁਸ਼ੀਲ ਸੀ ਉਹ ਹਮੇਸ਼ਾ ਹੀ ਇਹ ਕਲਪਨਾ ਕਰਦਾ ਸੀ ਕਿ ਜੇਕਰ ਉਹ ਆਪਣੇ ਪਿਤਾ ਜਿੰਨਾ ਵੱਡਾ ਹੋ ਜਾਵੇ ਤਾਂ ਉਹ ਫ੍ਰੀ ਹੋ ਜਾਵੇਗਾ, ਆਜ਼ਾਦ ਹੋ ਜਾਵੇਗਾ ਉਹ ਸਭ ਕੁਝ ਕਰਨ ਦੇ ਜੋ ਉਸਦੇ ਪਿਤਾ ਜੀ ਕਰਦੇ ਸਨ। ਹੀ ਵੁੱਡ ਕਲਾਈਮ ਟਰੀਜ਼, ਉਹ ਦਰਖਤਾਂ ਦੇ ਉੱਪਰ ਚੜ ਸਕੇਗਾ ਜਦ ਵੱਡਾ ਹੋ ਜਾਵੇਗਾ। ਡਾਈਵ ਇਨਟੂ ਦਾ ਪੂਲ, ਤਲਾਬ ਦੇ ਵਿੱਚ ਡਾਈਵ ਕਰ ਸਕੇਗਾ, ਜੰਪ ਲਗਾ ਸਕੇਗਾ। ਈਟ ਗ੍ਰੀਨ ਮੈਂਗੋਜ਼, ਹਰੀਆਂ ਅੰਬੀਆਂ ਖਾ ਸਕੇਗਾ। ਪਲੰਡਰ ਬਰਡਸ ਨੈਕਸਟ, ਜੋ ਪੰਛੀਆਂ ਦੇ ਆਲ੍ਹਣੇ ਹੁੰਦੇ ਆ ਉਹਨਾਂ ਨੂੰ ਚੁੱਕ ਸਕੇਗਾ, ਲੁੱਟ ਸਕੇਗਾ। ਐਂਡ ਰੋਮ ਅਰਾਊਂਡ ਆਲ ਡੇ ਲੌਂਗ, ਅਤੇ ਸਾਰਾ ਦਿਨ ਘੁੰਮ ਫਿਰ ਸਕੇਗਾ। ਹੀ ਵੁੱਡ ਕਮ ਹੋਮ ਐਂਡ ਈਟ ਵਟ ਐਵਰ ਹੀ ਲਾਈਕਡ ਵੈਨ ਐਵਰ ਹੀ ਲਾਈਕ, ਉਹ ਜਦ ਵੀ ਪਸੰਦ ਕਰੇਗਾ ਉਸੇ ਸਮੇਂ ਘਰੇ ਵਾਪਸ ਆਵੇਗਾ ਅਤੇ ਜੋ ਵੀ ਚਾਹੇਗਾ ਉਹ ਖਾ ਸਕੇਗਾ। with no one to scold him, ਕੋਈ ਵੀ ਉਸਨੂੰ ਝਿੜਕੇਗਾ ਨਹੀਂ। but strange to say that morning he did not want to climb a tree, ਪਰ ਅਜੀਬ ਗੱਲ ਸੀ ਕਿ ਉਸ ਸਵੇਰ ਉਹ ਦਰਖਤ ਉੱਪਰ ਚੜ੍ਹਨਾ ਨਹੀਂ ਚਾਹ ਰਿਹਾ ਸੀ। he did not want to swim either, ਨਾ ਹੀ ਉਹ ਤੈਰਨਾ ਚਾਹ ਰਿਹਾ ਸੀ ਤਲਾਬ ਦੇ ਵਿੱਚ। he thought he would catch cold and have fever, ਉਹ ਕੀ ਸੋਚ ਰਿਹਾ ਸੀ ਕਿ ਉਸਨੂੰ ਠੰਡ ਲੱਗ ਜਾਵੇਗੀ ਅਤੇ ਬੁਖਾਰ ਹੋ ਜਾਵੇਗਾ। he rolled out a mat and sat there thinking quietly to himself, ਉਸਨੇ ਇੱਕ ਮੈਟ ਖੋਲਿਆ ਅਤੇ ਆਪਣੇ ਬਾਰੇ ਸੋਚਣਾ ਸਟਾਰਟ ਕਰ ਦਿੱਤਾ ਉਸ ਮੈਟ ਉੱਪਰ ਬੈਠ ਕੇ। Once he thought he should not give up all games, ਫਿਰ ਉਸਨੇ ਇੱਕ ਵਾਰ ਕੀ ਸੋਚਿਆ ਕਿ ਉਸਨੂੰ ਇੱਕਦਮ ਗੇਮਸ, ਇਹੋ ਜੋ ਪੁਰਾਣੀਆਂ ਗੇਮਸ ਸੀ ਜੋ ਉਹ ਬਚਪਨ ਵਿੱਚ ਖੇਡਿਆ ਕਰਦਾ ਸੀ ਉਹ ਛੱਡ ਨਹੀਂ ਦੇਣੀਆਂ ਚਾਹੀਦੀਆਂ। ਸੋ ਸਡਨਲੀ ਹੀ ਸ਼ੁੱਡ ਐਟ ਲੀਸਟ ਟਰਾਈ, ਇਸ ਲਈ ਉਸਨੂੰ ਘੱਟੋ ਘੱਟ ਟਰਾਈ ਤਾਂ ਕਰਨੀ ਚਾਹੀਦੀ ਹੈ, ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ। ਸੋ ਹੀ ਗੋਟ ਅਪ ਐਂਡ ਟਰਾਈ ਟੂ ਕਲਾਈਮ ਐਨ ਅਮਰਾ ਟਰੀ ਨੀਅਰ ਬਾਈ, ਇਸ ਲਈ ਉਹ ਉੱਠਿਆ ਅਤੇ ਉਸਨੇ ਨੇੜੇ ਹੀ ਇੱਕ ਅਮਰਾ ਟਰੀ ਦੇ ਉੱਪਰ ਚੜ੍ਹਨ ਦੀ ਕੋਸ਼ਿਸ਼ ਕੀਤੀ। ਅਮਰਾ ਟਰੀ ਬੇਟਾ ਇਹ ਇੱਕ ਦਰਖਤ ਦਾ ਨਾਮ ਹੈ। ਉਸ ਉੱਪਰ ਚੜ੍ਹਨ ਦੀ ਕੋਸ਼ਿਸ਼ ਕੀਤੀ। as soon as he tried to pull himself up by a thin branch, ਜਿਉਂ ਹੀ ਉਸਨੇ ਆਪਣੇ ਆਪ ਨੂੰ ਇੱਕ ਪਤਲੀ ਜਿਹੀ ਟਹਿਣੀ ਨੂੰ ਫੜ ਕੇ ਉੱਪਰ ਚੜ੍ਹਨ ਦੀ ਕੋਸ਼ਿਸ਼ ਕੀਤੀ, it broke under his weight, ਉਹ ਟਹਿਣੀ ਉਸਦੇ ਭਾਰ ਦੇ ਨਾਲ ਟੁੱਟ ਗਈ। and he fell to the ground, ਅਤੇ ਉਹ ਧਰਤੀ ਉੱਪਰ ਡਿੱਗ ਪਿਆ। ਪਾਸਰਸ ਬਾਏ ਲਾਫਡ ਲਾਊਡਲੀ, ਜੋ ਨੇੜੇ ਦੀ ਲੋਕ ਲੰਘ ਰਹੇ ਸਨ ਉਹ ਉੱਚੀ ਉੱਚੀ ਹੱਸੇ। ਟੂ ਸੀ ਦ ਓਲਡ ਮੈਨ ਪਲੇਇੰਗ ਚਾਈਲਡਿਸ਼ ਪ੍ਰੈਂਕਸ, ਉਹਨਾਂ ਨੇ ਦੇਖਿਆ ਨਾ ਜਦ ਕਿ ਇੱਕ ਬੁੱਢਾ ਵਿਅਕਤੀ ਬੱਚਿਆਂ ਵਾਲੀਆਂ ਹਰਕਤਾਂ ਕਰ ਰਿਹਾ ਤਾਂ ਨੇੜੇ ਦੀ ਲੰਘਣ ਵਾਲੇ ਲੋਕ ਹੱਸਣ ਲੱਗ ਪਏ। ਵਿਦ ਲੋਡ ਹੈਡ, ਆਪਣਾ ਸਿਰ ਨੀਵਾਂ ਕੀਤੇ ਹੋਏ ਹੀ ਕੇਮ ਬੈਕ ਟੂ ਹਿਜ਼ ਮੈਟ ਔਨ ਦਾ ਪੋਰਚ, ਉਹ ਵਾਪਸ ਆਪਣੇ ਵਿਹੜੇ ਵਿੱਚ ਵਿਛਾਏ ਮੈਟ ਦੇ ਉੱਪਰ ਆ ਕੇ ਬੈਠ ਗਿਆ। ਕਾਲਡ ਦਾ ਸਰਵੈਂਟ ਐਂਡ ਸੈਡ, ਬॉय ਬ੍ਰਿੰਗ ਮੀ ਆ ਰੁਪੀਜ਼ ਵਰਥ ਆਫ ਟੋਫੀਜ਼ ਫਰੋਮ ਦਾ ਮਾਰਕੀਟ, ਉਸਨੇ ਕੀ ਕੀਤਾ, ਵਾਪਸ ਆਪਣੇ ਵਿਹੜੇ ਵਿੱਚ ਆ ਕੇ ਬੈਠ ਗਿਆ ਅਤੇ ਨੌਕਰ ਨੂੰ ਬੁਲਾਇਆ ਅਤੇ ਕੀ ਕਿਹਾ, ਲੜਕੇ ਮੇਰੇ ਲਈ ਪੂਰੇ 1 ਰੁਪਏ ਦੀਆਂ ਟੋਫੀਜ਼ ਲੈ ਕੇ ਆ, ਬਾਜ਼ਾਰ ਵਿੱਚੋਂ ਟੋਫੀਆਂ ਲੈ ਕੇ ਆ। ਸੁਸ਼ੀਲ ਹੈਡ ਆਲਵੇਜ਼ ਬੀਨ ਫੌਂਡ ਆਫ ਟੋਫੀਜ਼, ਸੁਸ਼ੀਲ ਹਮੇਸ਼ਾ ਹੀ ਟੋਫੀਆਂ ਦਾ ਸ਼ੌਕੀਨ ਰਿਹਾ ਸੀ। ਹੁਣ ਤਾਂ ਉਹ ਬੁੱਢਾ ਹੋ ਚੁੱਕਾ ਸੀ ਨਾ, ਜਦੋਂ ਛੋਟਾ ਸੀ ਉਸ ਸਮੇਂ ਉਹ ਟੋਫੀਆਂ ਦਾ ਬੜਾ ਸ਼ੌਕੀਨ ਹੋਇਆ ਕਰਦਾ ਸੀ। ਐਵਰੀ ਡੇ ਐਟ ਦਾ ਸ਼ਾਪ ਨੀਅਰ ਦਾ ਸਕੂਲ ਹੀ ਸੌ ਸਵੀਟਸ ਆਫ ਮੈਨੀ ਕਲਰਸ, ਹਰ ਰੋਜ਼ ਜੋ ਉਸਦੇ ਸਕੂਲ ਦੇ ਕੋਲ ਇੱਕ ਦੁਕਾਨ ਸੀ ਉੱਥੇ ਅਲੱਗ-ਅਲੱਗ ਰੰਗਾਂ ਦੀਆਂ ਟੌਫੀਆਂ ਉਹ ਦੇਖਿਆ ਕਰਦਾ ਸੀ। ਐਂਡ ਬੌਟ ਸਮ ਵੈਨ ਐਵਰ ਹੀ ਵਾਜ਼ ਗਿਵਨ ਅ ਫਿਊ ਪੈਸੇ, ਅਤੇ ਕਦੇ-ਕਦੇ ਉਹ ਖਰੀਦ ਵੀ ਲਿਆ ਕਰਦਾ ਸੀ ਟੌਫੀਆਂ ਜਦ ਵੀ ਉਸਨੂੰ ਕਦੇ-ਕਦੇ ਕੁਝ ਕੁ ਪੈਸੇ ਮਿਲਦੇ ਸਨ। ਹੀ ਹੈਡ ਆਲਵੇਜ਼ ਡ੍ਰੈਮਟ ਆਫ ਸਟਫਿੰਗ ਹਿਜ਼ ਪਾਕਟਸ ਵਿਦ ਦੈਮ, ਉਹ ਹਮੇਸ਼ਾ ਹੀ ਇਹ ਸੁਪਨੇ ਵੇਖਦਾ ਸੀ ਕਿ ਉਹ ਇਹਨਾਂ ਟੌਫੀਆਂ ਦੇ ਨਾਲ ਕਦੇ ਆਪਣੀਆਂ ਜੇਬਾਂ ਨੂੰ ਪੂਰੀ ਤਰ੍ਹਾਂ ਭਰ ਲਵੇਗਾ। ਵੈਨ ਹੀ ਹੈਡ ਲੋਟਸ ਆਫ ਮਨੀ,
ਜਦ ਉਸ ਕੋਲੇ ਬਹੁਤ ਸਾਰੇ ਪੈਸੇ ਹੋਣਗੇ ਉਸ ਸਮੇਂ ਉਹ ਇਹਨਾਂ ਟੌਫੀਆਂ ਦੇ ਨਾਲ ਆਪਣੀਆਂ ਜੇਬਾਂ ਨੂੰ ਪੂਰੀ ਤਰ੍ਹਾਂ ਭਰ ਲਵੇਗਾ। ਸਟਫਿੰਗ ਹੁੰਦਾ ਬੇਟਾ ਪੂਰੀ ਤਰ੍ਹਾਂ ਤੁੰਨ ਕੇ ਭਰ ਲੈਣਾ, ਸਟਫਿੰਗ ਕਹਿੰਦੇ ਹਨ ਉਸਨੂੰ। ਟੂਡੇ ਹਿਸ ਸਰਵੈਂਟ brought him a whole rupees worth। ਅੱਜ ਉਸਦਾ ਨੌਕਰ ਉਸਦੇ ਲਈ ਪੂਰੇ 1 ਰੁਪਏ ਦੀਆਂ ਟੌਫੀਆਂ ਲੈ ਕੇ ਆਇਆ ਸੀ। 1 ਰੁਪਇਆ ਬੇਟਾ ਇੱਥੇ ਬਹੁਤ ਹੀ ਪੁਰਾਣੇ ਸਮੇਂ ਦੀ ਗੱਲ ਹੈ। ਉਸ ਸਮੇਂ 1 ਰੁਪਏ ਦੀਆਂ ਬਹੁਤ ਸਾਰੀਆਂ ਟੌਫੀਆਂ ਆ ਜਾਂਦੀਆਂ ਸਨ। 1 ਰੁਪਏ ਦੀ ਕੀਮਤ ਉਸ ਸਮੇਂ ਜ਼ਿਆਦਾ ਸੀ। He took a piece and started eating it। ਹੁਣ ਸੁਸ਼ੀਲ ਨੇ ਇੱਕ ਟੌਫੀ ਲਈ ਅਤੇ ਖਾਣੀ ਸਟਾਰਟ ਕਰ ਦਿੱਤੀ। ਬਟ ਦਾ ਓਲਡ ਮੈਨ ਡਿਡ ਨਾਟ ਕੇਅਰ ਫॉर ਚਿਲਡਰਨ ਸਵੀਟਸ। ਪਰ ਹੁਣ ਸੁਸ਼ੀਲ ਬੁੱਢਾ ਹੋ ਚੁੱਕਾ ਸੀ ਅਤੇ ਉਸਨੂੰ ਇਹ ਬੱਚਿਆਂ ਵਾਲੀਆਂ ਮਠਿਆਈਆਂ, ਬੱਚਿਆਂ ਵਾਲੀਆਂ ਟੌਫੀਆਂ ਚੰਗੀਆਂ ਨਹੀਂ ਲੱਗ ਰਹੀਆਂ ਸੀ। ਲੈਟ ਮੀ ਗਿਵ them ਟੂ ਮਾਈ ਚਾਈਲਡ ਫਾਦਰ ਹੀ ਥਾਟ। ਉਸਨੇ ਸੋਚਿਆ ਕਿ ਚਲੋ ਮੈਂ ਆਪਣੇ ਬੱਚਾ ਬਣ ਚੁੱਕੇ ਪਿਤਾ ਨੂੰ ਇਹ ਟੌਫੀਆਂ ਦੇ ਦਿੰਦਾ ਹਾਂ। ਬਟ ਐਟ ਵੰਸ ਡਿਸਾਈਡਡ, ਪਰ ਉਸੇ ਸਮੇਂ ਉਸਨੇ ਕੀ ਫੈਸਲਾ ਕੀਤਾ? ਨੋ, ਇਟ ਵਿਲ ਮੇਕ ਦਾ ਬॉय ਸਿਕ। ਇਸ ਨਾਲ ਤਾਂ ਬੱਚਾ ਬਿਮਾਰ ਹੋ ਜਾਵੇਗਾ। All the little boys who had played kabaddi with Sushil till yesterday came as usual, saw the old man and ran away। ਹਰ ਰੋਜ਼ ਜੋ ਲੜਕੇ ਸੁਸ਼ੀਲ ਦੇ ਨਾਲ ਕਬੱਡੀ ਖੇਡਿਆ ਕਰਦੇ ਸਨ, ਅੱਜ ਸ਼ਾਮ ਨੂੰ ਵੀ ਉਹ ਆਏ ਅਤੇ ਜਦ ਉਹਨਾਂ ਨੇ ਇੱਕ ਬੁੱਢੇ ਵਿਅਕਤੀ ਨੂੰ ਘਰੇ ਬੈਠੇ ਵੇਖਿਆ, ਉਸ ਨੂੰ ਦੇਖ ਕੇ ਉਹ ਦੌੜ ਗਏ। ਕਿਉਂਕਿ ਹੁਣ ਤਾਂ ਸੁਸ਼ੀਲ ਬੁੱਢਾ ਲੱਗ ਰਿਹਾ ਸੀ ਨਾ, ਉਸ ਨੂੰ ਦੇਖ ਕੇ ਉਹ ਦੌੜ ਗਏ। ਸੁਸ਼ੀਲ ਨੂੰ ਉਹ ਪਹਿਚਾਨ ਨਾ ਸਕੇ। Sushil had always thought he would play kabaddi with his friends all day long if he were as free as his father। ਸੁਸ਼ੀਲ ਹਮੇਸ਼ਾ ਹੀ ਇਹ ਗੱਲ ਸੋਚਦਾ ਸੀ ਕਿ ਉਹ ਆਪਣੇ ਦੋਸਤਾਂ ਦੇ ਨਾਲ ਪੂਰਾ ਦਿਨ ਕਬੱਡੀ ਖੇਡੇਗਾ ਜੇਕਰ ਉਹ ਆਪਣੇ ਪਿਤਾ ਜਿੰਨਾ ਆਜ਼ਾਦ ਹੋਵੇ। But now the sight of them only irritated him। ਪਰ ਅੱਜ ਜਦੋਂ ਉਸਨੇ ਉਹਨਾਂ ਲੜਕਿਆਂ ਨੂੰ ਵੇਖਿਆ ਜੋ ਸੁਸ਼ੀਲ ਨੂੰ ਕਬੱਡੀ ਖੇਡਣ ਦੇ ਲਈ ਬੁਲਾਉਣ ਆਏ ਸਨ, ਉਹਨਾਂ ਨੂੰ ਵੇਖ ਕੇ ਸੁਸ਼ੀਲ ਪਰੇਸ਼ਾਨ ਹੀ ਹੋਇਆ। ਕਿਉਂਕਿ ਹੁਣ ਸੁਸ਼ੀਲ ਬੁੱਢਾ ਹੋ ਚੁੱਕਾ ਸੀ ਅਤੇ ਜਦ ਉਸਨੇ ਉਹਨਾਂ ਲੜਕਿਆਂ ਨੂੰ ਦੇਖਿਆ ਕਿ ਉਹ ਉਸ ਨੂੰ ਆ ਕੇ ਪਰੇਸ਼ਾਨ ਕਰ ਰਹੇ ਹਨ ਤਾਂ ਸੁਸ਼ੀਲ ਵੀ ਇਸ ਗੱਲੋਂ ਪਰੇਸ਼ਾਨ ਹੋ ਗਿਆ। I am sitting in peace, he thought, and here come these boys to bother me। ਮੈਂ ਆਰਾਮ ਨਾਲ ਬੈਠਾ ਹਾਂ ਤੇ ਇੱਥੇ ਇਹ ਲੜਕੇ ਆ ਕੇ ਮੈਨੂੰ ਪਰੇਸ਼ਾਨ ਕਰ ਰਹੇ ਹਨ। ਉਸਨੇ ਇਸ ਤਰ੍ਹਾਂ ਸੋਚਿਆ। Subal Chandra had the habit of sitting on the porch on his mat each day and think। ਸੁਬਲ ਚੰਦਰ ਉਸਨੂੰ ਕੀ ਆਦਤ ਸੀ ਕਿ ਉਹ ਆਪਣੇ ਵਿਹੜੇ ਵਿੱਚ ਵਿਛਾਏ ਮੈਟ ਉੱਪਰ ਬੈਠ ਜਾਂਦਾ ਅਤੇ ਸੋਚਦਾ ਰਹਿੰਦਾ। When I was young, ਜਦ ਮੈਂ ਛੋਟਾ ਸੀ, I wasted my time in mischief। ਮੈਂ ਆਪਣਾ ਸਮਾਂ ਸ਼ਰਾਰਤਾਂ ਦੇ ਵਿੱਚ ਵਿਅਰਥ ਗਵਾਇਆ ਸੀ। If I get my childhood back, ਜੇਕਰ ਮੈਂ ਆਪਣਾ ਬਚਪਨ ਦੁਬਾਰੇ ਪ੍ਰਾਪਤ ਕਰ ਲਵਾਂ, I would shut myself in my room। ਮੈਂ ਆਪਣੇ ਆਪ ਨੂੰ ਇੱਕ ਕਮਰੇ ਵਿੱਚ ਬੰਦ ਕਰ ਲਵਾਂਗਾ and study quietly all day। ਅਤੇ ਚੁੱਪਚਾਪ ਸਾਰਾ ਦਿਨ ਪੜਾਂਗਾ। ਸੁਬਲ ਚੰਦਰ ਇਸ ਤਰ੍ਹਾਂ ਸੋਚਿਆ ਕਰਦਾ ਸੀ। But after getting his childhood, ਪਰ ਜਦੋਂ ਹੁਣ ਉਸਨੂੰ ਉਸਦਾ ਬਚਪਨ ਦੁਬਾਰੇ ਮਿਲ ਗਿਆ ਹੈ, ਸੁਬਲ ਚੰਦਰ ਜੋ ਕਿ ਸੁਸ਼ੀਲ ਚੰਦਰ ਦਾ ਪਿਤਾ ਸੀ, ਸੁਬਲ ਚੰਦਰ ਹੁਣ ਬੱਚਾ ਬਣ ਚੁੱਕਾ ਸੀ। ਕਿਉਂਕਿ ਜੋ ਦੇਵੀ ਸੀ, ਇੱਛਾਵਾਂ ਪੂਰੀ ਕਰਨ ਵਾਲੀ ਦੇਵੀ ਸੀ, ਉਸਨੇ ਹੁਣ ਸੁਬਲ ਚੰਦਰ ਨੂੰ ਬੱਚਾ ਬਣਾ ਦਿੱਤਾ ਸੀ। ਪਰ ਹੁਣ ਜਦ ਉਸਨੇ ਆਪਣਾ ਬਚਪਨ ਪ੍ਰਾਪਤ ਕਰ ਲਿਆ ਸੀ, he did not like going to school। ਹੁਣ ਇਹ ਸਕੂਲ ਜਾਣਾ ਪਸੰਦ ਨਹੀਂ ਕਰ ਰਿਹਾ ਸੀ। ਸੁਸ਼ੀਲ would ask him in the morning। ਸੁਸ਼ੀਲ ਉਸਨੂੰ ਸੁਬਾਹ ਪੁੱਛਦਾ, ਬਾਬਾ want not you go to school? ਕੀ ਤੁਸੀਂ ਸਕੂਲ ਨਹੀਂ ਜਾਣਾ ਚਾਹੁੰਦੇ? ਸੁਬਲ would scratch his head। ਸੁਬਲ ਆਪਣਾ ਸਿਰ ਖੁਰਕਦਾ, lowered his eyes and say। ਆਪਣੀਆਂ ਅੱਖਾਂ ਨੀਵੀਆਂ ਕਰਦਾ ਅਤੇ ਕਹਿੰਦਾ, I have got tummy ache। ਮੇਰਾ ਪੇਟ ਦਰਦ ਹੋ ਰਿਹਾ ਹੈ। I can't go to school। ਮੈਂ ਸਕੂਲ ਨਹੀਂ ਜਾ ਸਕਦਾ। ਸੁਸ਼ੀਲ would grow angry at this। ਸੁਸ਼ੀਲ ਇਸ ਗੱਲ ਉੱਪਰ ਐਂਗਰੀ ਹੋ ਜਾਂਦਾ, ਗੁੱਸੇ ਹੋ ਜਾਂਦਾ। Oh, can't you? ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ। I also had lots of tummy ache in my days when it was my time to go to school। ਮੇਰੇ ਵੀ ਬਹੁਤ ਪੇਟ ਦਰਦ ਹੋਇਆ ਕਰਦਾ ਸੀ ਜਦ ਮੇਰਾ ਟਾਈਮ ਸੀ ਸਕੂਲ ਜਾਣ ਦਾ। I know your tricks। ਮੈਂ ਤੁਹਾਡੀਆਂ ਚਲਾਕੀਆਂ ਸਮਝਦਾ ਹਾਂ। ਸੁਸ਼ੀਲ began sending his little father to school by force। ਸੁਸ਼ੀਲ ਨੇ ਆਪਣੇ ਛੋਟੇ ਪਿਤਾ ਨੂੰ ਸਕੂਲ ਭੇਜਣਾ
ਸਟਾਰਟ ਕਰ ਦਿੱਤਾ ਸੀ, ਧੱਕੇ ਨਾਲ ਸਕੂਲ ਭੇਜਣਾ ਸਟਾਰਟ ਹੁਣ ਕਰ ਦਿੱਤਾ ਸੀ, ਬਾਈ ਫੋਰਸ। ਔਨ ਰਿਟਰਨਿੰਗ ਹੋਮ, ਘਰ ਵਾਪਸ ਆ ਕੇ ਸੁਬਲ ਵਾਂਟਡ ਟੂ ਰਨ ਅਬਾਊਟ ਐਂਡ ਪਲੇ। ਸੁਬਲ ਹੁਣ ਕੀ ਚਾਹੁੰਦਾ ਹੁੰਦਾ ਸੀ ਕਿ ਮੈਂ ਖੇਡਾਂ, ਇੱਧਰ ਉੱਧਰ ਭੱਜਾਂ। ਬਟ ਐਟ that ਟਾਈਮ ਓਲਡ ਸੁਬਲ wanted to put on his glasses and read aloud from the ਰਮਾਇਣਾ in a sing song voice। ਪਰ ਹੁਣ ਕੀ ਹੁੰਦਾ ਸੀ, ਜਦ ਸੁਬਲ ਉਸ ਸਮੇਂ ਕੀ ਸੁਸ਼ੀਲ began sending his little father to school by force। ਜਦ ਹੁਣ ਸੁਸ਼ੀਲ ਨੇ ਆਪਣੇ ਛੋਟੇ ਪਿਤਾ ਨੂੰ ਸਕੂਲ ਭੇਜਣਾ ਸਟਾਰਟ ਕਰ ਦਿੱਤਾ ਸੀ, ਧੱਕੇ ਨਾਲ ਭੇਜਣਾ ਸਟਾਰਟ ਕਰ ਦਿੱਤਾ ਸੀ। on returning home, ਘਰ ਵਾਪਸ ਆ ਕੇ ਸੁਬਲ wanted to ਰਨ ਅਬਾਊਟ ਐਂਡ ਪਲੇ। ਸੁਬਲ ਕੀ ਚਾਹੁੰਦਾ ਹੁੰਦਾ ਸੀ, ਹੁਣ ਸੁਬਲ ਬੱਚਾ ਬਣ ਚੁੱਕਾ ਸੀ, ਉਸਦਾ ਪਿਤਾ ਸੀ ਜੋ, ਉਹ ਕੀ ਚਾਹੁੰਦਾ ਹੁੰਦਾ ਸੀ ਕਿ ਮੈਂ ਖੇਡਾਂ, ਇੱਧਰ ਉੱਧਰ ਭੱਜਾਂ। ਪਰ ਇਸ ਸਮੇਂ ਕੀ ਹੁੰਦਾ ਸੀ, ਸੁਸ਼ੀਲ, ਬੇਟਾ ਇੱਥੇ ਸੁਬਲ ਨਹੀਂ ਆਵੇਗਾ, ਸੁਸ਼ੀਲ ਆਵੇਗਾ। ਸੁਸ਼ੀਲ ਜੋ ਕਿ ਹੁਣ ਬੁੱਢਾ ਹੋ ਚੁੱਕਾ ਹੈ। ਸੁਸ਼ੀਲ wanted to put on his glasses। ਸੁਸ਼ੀਲ ਕੀ ਚਾਹੁੰਦਾ ਹੁੰਦਾ ਸੀ, ਆਪਣੀਆਂ ਐਨਕਾਂ ਲਾਉਣੀਆਂ। ਐਂਡ ਰੀਡ ਅਲਾਊਡ ਫਰੋਮ ਦਾ ਰਮਾਇਣਾ ਇਨ ਅ ਸਿੰਗ ਸੌਂਗ ਵੌਇਸ। ਅਤੇ ਸੁਬਲ ਜੋ ਹੁਣ ਬੱਚਾ ਬਣ ਚੁੱਕਾ ਸੀ, ਉਹ ਰਮਾਇਣ ਪੜ੍ਹਨੀ ਚਾਹੁੰਦਾ ਹੁੰਦਾ ਸੀ। ਸੁਬਲ ਜੋ ਕੀ ਹੈ, ਸੁਸ਼ੀਲ ਜੋ ਕਿ ਹੁਣ ਕੀ, ਇੱਥੇ ਬੇਟਾ ਸੁਬਲ ਨਹੀਂ ਆਵੇਗਾ, ਸੁਸ਼ੀਲ ਆਵੇਗਾ। ਸੁਸ਼ੀਲ ਜੋ ਕਿ ਹੁਣ ਕੀ ਬਣ ਚੁੱਕਾ ਸੀ, ਇੱਕ ਬਜ਼ੁਰਗ ਵਿਅਕਤੀ ਬਣ ਚੁੱਕਾ ਸੀ। ਉਹ ਉਸ ਸਮੇਂ ਰਮਾਇਣ ਪੜ੍ਹਨੀ ਚਾਹੁੰਦਾ ਹੁੰਦਾ ਸੀ, ਜਦ ਸੁਬਲ ਸਕੂਲੋਂ ਆ ਕੇ ਖੇਡਣਾ ਚਾਹੁੰਦਾ ਹੁੰਦਾ ਸੀ। ਸੁਬਲਸ ਨੋਇਸੀ ਗੇਮਸ ਡਿਸਟਰਬਡ ਹਿਮ। ਸੁਬਲ ਦੀਆਂ ਜੋ ਰੌਲੇ ਰੱਪੇ ਵਾਲੀਆਂ ਖੇਡਾਂ ਹੁੰਦੀਆਂ, ਉਸ ਨੂੰ ਡਿਸਟਰਬ ਕਰਦੀਆਂ। ਸੁਸ਼ੀਲ ਜੋ ਕਿ ਹੁਣ ਬੁੱਢਾ ਹੋ ਚੁੱਕਾ ਹੈ, ਉਸ ਨੂੰ ਡਿਸਟਰਬ ਕਰਦੀਆਂ। ਸੋ ਹੀ ਵੁੱਡ ਮੇਕ ਸੁਬਲ ਸਿਟ ਡਾਊਨ ਵਿਦ ਹਿਜ਼ ਸਲੇਟ ਐਂਡ ਡੂ ਸਮ। ਇਸ ਲਈ ਉਹ ਸੁਬਲ ਨੂੰ ਉਸਦੀ ਸਲੇਟ ਫੜਾ ਕੇ ਬਿਠਾ ਦਿੰਦਾ ਅਤੇ ਉਸ ਤੋਂ ਸਵਾਲ ਕਢਵਾਉਂਦਾ। They were such long sums that his father took a whole hour to do a single one। ਇਹ ਇੰਨੇ ਲੰਮੇ ਸਵਾਲ ਹੁੰਦੇ ਕਿ ਉਸਦੇ ਪਿਤਾ ਨੂੰ ਪੂਰਾ ਇੱਕ ਦਿਨ ਹੀ ਲੱਗ ਜਾਂਦਾ ਉਹ ਇੱਕ ਸਵਾਲ ਕਰਨ ਦੇ ਵਿੱਚ। In the evenings, ਸ਼ਾਮ ਨੂੰ a group of old men gathered in Sushil's room to play chess। ਹੁਣ ਸ਼ਾਮ ਨੂੰ ਕੀ ਹੁੰਦਾ, ਬੁੱਢੇ ਵਿਅਕਤੀਆਂ ਦਾ ਇੱਕ ਗਰੁੱਪ ਸੁਸ਼ੀਲ ਦੇ ਕਮਰੇ ਵਿੱਚ ਚੈਸ ਖੇਡਣ ਦੇ ਲਈ ਇਕੱਠਾ ਹੋ ਜਾਂਦਾ। ਹੁਣ ਸੁਸ਼ੀਲ ਬੁੱਢਾ ਹੋ ਚੁੱਕਾ ਸੀ ਨਾ, ਤਾਂ ਹੋਰ ਬੁੱਢੇ ਲੋਕ ਉਸਦੇ ਕਮਰੇ ਵਿੱਚ ਆ ਕੇ ਬੈਠ ਜਾਂਦੇ ਉਸ ਨਾਲ ਚੈਸ ਖੇਡਣ ਦੇ ਲਈ। ਟੂ ਕੀਪ ਸੁਬਲ ਕੁਆਇਟ ਐਟ that ਟਾਈਮ। ਹੁਣ ਇਸ ਸਮੇਂ ਸੁਬਲ ਨੂੰ ਚੁੱਪ ਰੱਖਣ ਦੇ ਲਈ, ਸੁਬਲ ਜੋ ਕਿ ਹੁਣ ਬੱਚਾ ਬਣ ਚੁੱਕਾ ਹੈ, ਸੁਸ਼ੀਲ ਹਾਇਰਡ ਅ ਟਿਊਟਰ ਹੂ ਕੈਪਟ ਸੁਬਲ ਬਿਜ਼ੀ ਟਿਲ 10 at night। ਸੁਸ਼ੀਲ ਨੇ ਕੀ ਕੀਤਾ, ਆਪਣੇ ਬੱਚਾ ਬਣ ਚੁੱਕੇ ਪਿਤਾ ਦੇ ਲਈ, ਸੁਬਲ ਦੇ ਲਈ ਇੱਕ ਟਿਊਟਰ ਰਖਵਾ ਦਿੱਤਾ। ਟਿਊਟਰ ਹੁੰਦਾ ਬੇਟਾ ਜੋ ਟਿਊਸ਼ਨ ਪੜ੍ਹਾਉਂਦਾ ਹੈ, ਤਾਂ ਕਿ ਉਹ ਸੁਬਲ ਨੂੰ ਰਾਤ ਦੇ 10 ਵਜੇ ਤੱਕ ਬਿਜ਼ੀ ਰੱਖੇ, ਰੁੱਝਾ ਰੱਖੇ। ਓਲਡ ਸੁਸ਼ੀਲ ਟੂ ਗੋਟ ਇਨਟੂ ਆਲ ਕਾਈਂਡਸ ਆਫ ਟਰਬਲ। ਜੋ ਬੁੱਢਾ ਹੋ ਚੁੱਕਾ ਸੀ ਸੁਸ਼ੀਲ, ਉਹ ਵੀ ਬਹੁਤ ਸਾਰੀਆਂ ਸਮੱਸਿਆਵਾਂ ਦੇ ਵਿੱਚ ਫਸ ਚੁੱਕਾ ਸੀ। Nothing he had liked as a child agreed with him any longer। ਹੁਣ ਉਹ ਕੋਈ ਵੀ ਚੀਜ਼ ਉਸਨੂੰ ਚੰਗੀ ਨਾ ਲੱਗਦੀ, ਉਸ ਕਿਸੇ ਵੀ ਚੀਜ਼ ਨਾਲ ਹੁਣ ਇਹ ਸਹਿਮਤ ਨਾ ਹੁੰਦਾ ਜੋ ਉਸਨੂੰ ਬਚਪਨ ਵਿੱਚ ਚੰਗੀਆਂ ਲੱਗਦੀਆਂ ਸੀ। He used to take a dip in the pond। ਉਹ ਅਕਸਰ ਚਾਹੁੰਦਾ ਹੁੰਦਾ ਸੀ ਕਿ ਇੱਕ ਤਲਾਬ ਦੇ ਵਿੱਚ ਉਹ ਚੁੰਬੀ ਲਾਵੇ। On doing it now। ਪਰ ਹੁਣ ਜਦੋਂ ਉਹ ਇਸ ਤਰ੍ਹਾਂ ਕਰਦਾ, his joints grew stiff and swollen। ਉਸਦੇ ਜੋੜ ਆਕੜ ਜਾਂਦੇ ਅਤੇ ਉਹਨਾਂ ਵਿੱਚ ਸੋਜ ਆ ਜਾਂਦੀ। And he got rheumatism। ਅਤੇ ਉਸਨੂੰ ਗਠੀਆ ਵੀ ਹੋ ਜਾਂਦਾ। That took 6 months to cure। ਗਠੀਆ ਹੋ ਗਿਆ ਸੀ ਹੁਣ ਉਸਨੂੰ ਇਸ ਤਰ੍ਹਾਂ ਕਰਦੇ, ਅਤੇ 6 ਮਹੀਨੇ ਉਸਨੂੰ ਆਪਣਾ ਇਲਾਜ ਕਰਨ ਵਿੱਚ ਲੱਗੇ। After that he bathed once every 2 days with warm water। ਇਸ ਤੋਂ ਬਾਅਦ ਹੁਣ ਉਹ ਹਰ 2 ਦਿਨਾਂ ਦੇ ਬਾਅਦ ਗਰਮ ਪਾਣੀ ਦੇ ਨਾਲ, ਕੋਸੇ ਪਾਣੀ ਦੇ ਨਾਲ ਨਹਾਉਂਦਾ। And did not let ਸੁਬਲ bath in the pond either। ਅਤੇ ਹੁਣ ਉਹ ਸੁਬਲ ਨੂੰ ਵੀ ਪੌਂਡ ਦੇ ਵਿੱਚ, ਤਲਾਬ ਦੇ ਵਿੱਚ ਨਾ ਨਹਾਉਣ ਦਿੰਦਾ, ਕਿਉਂਕਿ ਸੁਬਲ ਹੁਣ ਕੀ ਹੈ, ਇੱਕ ਬੱਚਾ ਬਣ ਚੁੱਕਾ ਹੈ। If he jumped out of bed
as he had done as a child, ਜੇਕਰ ਹੁਣ ਉਹ ਆਪਣੇ ਬੈੱਡ ਤੋਂ ਜੰਪ ਮਾਰਦਾ ਜਿਵੇਂ ਕਿ ਉਹ ਬਚਪਨ ਵਿੱਚ ਮਾਰਿਆ ਕਰਦਾ ਸੀ, all his bones would ache, ਉਸਦੀਆਂ ਸਾਰੀਆਂ ਹੱਡੀਆਂ ਦੁਖਣ ਲੱਗ ਜਾਂਦੀਆਂ। No sooner did he put a pan into his mouth than he found he had no teeth to chew it with, ਜਿਉਂ ਹੀ ਹੁਣ ਉਹ ਕਿਤੇ ਭੁਲੇਖੇ ਦੇ ਨਾਲ ਪਾਨ ਆਪਣੇ ਮੂੰਹ ਵਿੱਚ ਪਾ ਲੈਂਦਾ ਤਾਂ ਉਸਨੂੰ ਯਾਦ ਆਉਂਦਾ ਕਿ ਉਸਨੂੰ ਚਬਾਉਣ ਦੇ ਲਈ ਤਾਂ ਉਸ ਕੋਲ ਦੰਦ ਹੀ ਨਹੀਂ ਹਨ। ਬਾਈ ਚਾਂਸ ਇਫ ਹੀ ਟੁੱਕ ਅਪ ਅ ਕੌਮ, ਕਦੇ ਕਦੇ ਜੇਕਰ ਉਹ ਕਦੇ ਕੰਘੀ ਚੱਕ ਲੈਂਦਾ, ਹੀ ਵੁੱਡ ਬੀ ਰਿਮਾਈਂਡਡ ਦੈਟ ਹੀ ਹੈਡ ਨੋ ਹੇਅਰ ਲੈਫਟ, ਤਾਂ ਉਸਨੂੰ ਯਾਦ ਆ ਜਾਂਦਾ ਕਿ ਉਸਦੇ ਤਾਂ ਹੁਣ ਵਾਲ ਹੀ ਨਹੀਂ ਹਨ। ਸੁਬਲ ਚੰਦਰ ਟੂ ਸਮਟਾਈਮਸ ਫੋਰਗੋਟ ਹਾਊ ਯੰਗ ਹੀ ਵਾਜ਼, ਸੁਬਲ ਚੰਦਰ ਵੀ ਕਦੇ ਕਦੇ ਇਹ ਭੁੱਲ ਜਾਂਦਾ ਕਿ ਹੁਣ ਉਹ ਕਿੰਨਾ ਛੋਟਾ ਸੀ। Imagining himself to be as old as before, he would turn up at old men's gatherings where they were playing cards or dice, ਕਦੇ ਕਦੇ ਉਹ ਭੁਲੇਖੇ ਨਾਲ ਹੀ ਬੁੱਢੇ ਵਿਅਕਤੀਆਂ ਦੇ ਗਰੁੱਪ ਵਿੱਚ ਜਾ ਕੇ ਬੈਠ ਜਾਂਦਾ ਜਿੱਥੇ ਉਹ ਤਾਸ਼ ਖੇਡ ਰਹੇ ਹੁੰਦੇ ਜਾਂ ਡੀਟੀਆਂ ਖੇਡ ਰਹੇ ਹੁੰਦੇ। And begin to talk like a grown up, ਅਤੇ ਵੱਡੇ ਵਿਅਕਤੀਆਂ ਵਾਂਗ ਗੱਲਾਂ ਕਰਨੀਆਂ ਸਟਾਰਟ ਕਰ ਦਿੰਦਾ। ਸੁਬਲ ਚੰਦਰ ਤਾਂ ਹੁਣ ਬੱਚਾ ਬਣ ਚੁੱਕਾ ਹੈ ਨਾ, ਭੁਲੇਖੇ ਨਾਲ ਉਹ ਕਦੇ ਕਦੇ ਬਜ਼ੁਰਗਾਂ ਦੇ ਗਰੁੱਪ ਵਿੱਚ ਜਾ ਕੇ ਬੈਠ ਜਾਂਦਾ ਜਿੱਥੇ ਉਹ ਤਾਸ਼ ਖੇਡ ਰਹੇ ਹੁੰਦੇ ਜਾਂ ਡੀਟੀਆਂ ਖੇਡ ਰਹੇ ਹੁੰਦੇ ਅਤੇ ਉਹਨਾਂ ਨਾਲ ਵੱਡਿਆਂ ਵਾਲੀਆਂ ਗੱਲਾਂ ਕਰਨੀਆਂ ਸਟਾਰਟ ਕਰ ਦਿੰਦਾ। They would box his ears and send him away saying, run away and play, ਉਹ ਉਸਦੇ ਕੰਨ ਤੇ ਇੱਕ ਮਾਰ ਦਿੰਦੇ ਅਤੇ ਉਸਨੂੰ ਕੀ ਕਹਿੰਦੇ, ਇੱਥੋਂ ਦੌੜ ਜਾ ਅਤੇ ਖੇਡ ਜਾ ਕੇ। At last Subal began to play earnestly, ਆਖਿਰ ਦੇ ਵਿੱਚ ਸੁਬਲ ਨੇ ਕੀ ਹੈ ਸ਼ੁਰੂ ਕਰ ਦਿੱਤਾ ਪ੍ਰੇ ਕਰਨਾ, ਪ੍ਰਾਰਥਨਾ ਕਰਨਾ, ਬੜੇ ਦਿਲੋਂ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ। If only I were as old as my son ਸੁਸ਼ੀਲ, ਕਿ ਮੈਂ ਓਨਾ ਹੀ ਛੋਟਾ ਹੋਵਾਂ ਜਿੰਨਾ ਕਿ ਮੇਰਾ ਪੁੱਤਰ ਸੁਸ਼ੀਲ ਸੁਸ਼ੀਲ ਸੀ, ਐਂਡ ਫ੍ਰੀ ਟੂ ਡੂ ਵਟ ਆਈ ਲਾਈਕਡ, ਅਤੇ ਮੈਂ ਉਹ ਸਭ ਕੁਝ ਕਰ ਸਕਦਾ ਜੋ ਮੈਂ ਚਾਹੁੰਦਾ ਸੀ। ਮੈਂ ਹੁਣ ਓਨਾ ਛੋਟਾ ਹੋਵਾਂ ਜਿੰਨਾ ਕਿ ਮੇਰਾ ਪੁੱਤਰ ਸੁਸ਼ੀਲ ਸੀ ਅਤੇ ਮੈਂ ਉਹ ਸਭ ਕੁਝ ਕਰ ਸਕਦਾ ਜੋ ਮੈਂ ਚਾਹੁੰਦਾ ਸੀ। ਸੁਬਲ ਹੁਣ ਇਹ ਪ੍ਰਾਰਥਨਾ ਕਰ ਰਿਹਾ। ਸੁਬਲ ਛੋਟਾ ਤਾਂ ਹੁਣ ਹੋ ਚੁੱਕਾ ਸੀ ਪਰ ਉਹ ਸਭ ਕੁਝ ਸੁਬਲ ਛੋਟਾ ਤਾਂ ਹੋ ਚੁੱਕਾ ਸੀ ਪਰ ਉਹ ਕਰ ਨਹੀਂ ਸਕਦਾ ਸੀ ਜੋ ਵੀ ਉਹ ਕਰਨਾ ਚਾਹੁੰਦਾ ਸੀ। ਅਤੇ ਕੀ ਕਹਿ ਰਿਹਾ ਉਹ, ਇਫ ਓਨਲੀ ਆਈ ਵਰ ਐਜ਼ ਓਲਡ ਐਜ਼ ਮਾਈ ਸਨ ਸੁਸ਼ੀਲ, ਕਿ ਜੇਕਰ ਮੈਂ ਓਨਾ ਹੀ ਵੱਡਾ ਹੋਵਾਂ। ਸੁਸ਼ੀਲ ਬੇਟਾ ਹੁਣ ਕੀ ਹੈ ਵੱਡਾ ਹੋ ਚੁੱਕਾ ਹੈ ਤੇ ਕੀ ਇਹ ਸੁਬਲ ਵੀ ਕੀ ਪ੍ਰਾਰਥਨਾ ਕਰ ਰਿਹਾ ਹੈ ਕਿ ਮੈਂ ਓਨਾ ਹੀ ਵੱਡਾ ਹੋਵਾਂ ਜਿੰਨਾ ਕਿ ਮੇਰਾ ਪੁੱਤਰ ਸੁਸ਼ੀਲ ਹੈ ਤੇ ਮੈਂ ਆਜ਼ਾਦ ਹੋਵਾਂ ਜੋ ਮੈਂ ਕਰ ਸਕਾਂ। ਐਂਡ ਸੁਸ਼ੀਲ ਵੁੱਡ ਪ੍ਰੇ, ਓ ਲਾਰਡ, ਸੁਸ਼ੀਲ ਕੀ ਪ੍ਰਾਰਥਨਾ ਕਰਦਾ, ਹੇ ਪ੍ਰਮਾਤਮਾ ਮੇਕ ਮੀ ਐ ਯੰਗ ਐਜ਼ ਮਾਈ ਫਾਦਰ, ਮੈਨੂੰ ਓਨਾ ਹੀ ਛੋਟਾ ਕਰ ਦੇ ਜਿੰਨਾ ਕਿ ਮੇਰੇ ਪਿਤਾ ਹੁਣ ਹੋ ਚੁੱਕੇ ਹਨ। ਸੋ ਦੈਟ ਆਈ ਮਾਈਟ ਪਲੇ ਅਗੇਨ ਐਜ਼ ਮਚ ਐਜ਼ ਆਈ ਵਾਂਟ ਟੂ, ਅਤੇ ਮੈਂ ਓਨਾ ਹੀ ਖੇਡ ਸਕਾਂ ਜਿੰਨਾ ਕਿ ਮੈਂ ਚਾਹੁੰਦਾ ਹਾਂ। ਆਈ ਕਾਂਟ ਕੰਟਰੋਲ ਮਾਈ ਫਾਦਰ ਐਨੀ ਮੋਰ, ਮੈਂ ਆਪਣੇ ਬੱਚਾ ਬਣ ਚੁੱਕੇ ਪਿਤਾ ਨੂੰ ਹੋਰ ਕੰਟਰੋਲ ਨਹੀਂ ਕਰ ਸਕਦਾ। ਹੁਣ ਬੇਟਾ ਦੋਵੇਂ ਆਪਣੀਆਂ ਉਲਟ ਇੱਛਾਵਾਂ ਮੰਗ ਰਹੇ ਹਨ। ਸੁਬਲ ਹੁਣ ਕੀ ਹੈ, ਪਹਿਲਾਂ ਤਾਂ ਹੁਣ ਬੱਚਾ ਬਣਨਾ ਚਾਹੁੰਦਾ ਸੀ ਸੁਬਲ, ਜਦ ਬੱਚਾ ਬਣ ਗਿਆ ਹੁਣ ਇਹ ਕੀ ਚਾਹੁੰਦਾ ਹੈ ਕਿ ਮੈਂ ਆਪਣੇ ਪੁੱਤਰ ਜਿੰਨਾ ਵੱਡਾ ਹੋ ਜਾਵਾਂ। ਸੁਸ਼ੀਲ ਜੋ ਕਿ ਹੁਣ ਬਜ਼ੁਰਗ ਹੋ ਚੁੱਕਾ ਹੈ, ਤੇ ਸੁਸ਼ੀਲ ਕੀ ਚਾਹੁੰਦਾ ਹੈ ਕਿ ਮੈਂ ਆਪਣੇ ਪਿਤਾ ਵਾਂਗ ਜੋ ਕਿ ਬੱਚਾ ਬਣ ਚੁੱਕਾ ਮੈਂ ਆਪਣੇ ਪਿਤਾ ਵਾਂਗ ਬਣ ਜਾਵਾਂ, ਛੋਟਾ ਹੋ ਜਾਵਾਂ ਅਤੇ ਜੋ ਵੀ ਮੈਂ ਚਾਹਾਂ ਉਹ ਮੈਂ ਕਰ ਸਕਾਂ, ਕਿਉਂਕਿ ਮੈਂ ਆਪਣੇ ਜੋ ਪਿਤਾ ਜੋ ਕਿ ਮੇਰਾ ਪਿਤਾ ਬੱਚਾ ਬਣ ਚੁੱਕਾ ਹੈ ਉਸਨੂੰ ਹੁਣ ਮੈਂ ਕੰਟਰੋਲ ਨਹੀਂ ਕਰ ਸਕਦਾ। ਉਹ ਬਹੁਤ ਸ਼ਰਾਰਤੀ ਹੋ ਚੁੱਕਾ ਹੈ। ਐਂਡ ਆਈ ਐਮ ਵਰੀਡ ਅਬਾਊਟ ਹਿਮ ਆਲ ਦਾ ਟਾਈਮ, ਅਤੇ ਮੈਂ ਉਸ ਦੇ ਬਾਰੇ ਹਮੇਸ਼ਾ ਹੀ ਚਿੰਤਾ ਕਰਦਾ ਰਹਿੰਦਾ ਹਾਂ। ਦ ਲੇਡੀ ਆਫ ਵਿਸ਼ਜ਼ ਨਾਓ ਕੇਮ ਅਗੇਨ ਟੂ ਅਸ, ਵੈਲ ਹੈਵ ਯੂ ਹੈਡ ਇਨਫ ਆਫ ਯੂਅਰ ਵਿਸ਼ਜ਼, ਜੋ ਇੱਛਾਵਾਂ ਦੀ ਦੇਵੀ ਸੀ ਉਹ ਦੁਬਾਰੇ ਆਉਂਦੀ ਹੈ ਅਤੇ ਉਹਨਾਂ ਨੂੰ ਪੁੱਛਦੀ ਹੈ ਕਿ ਤੁਸੀਂ ਕਾਫੀ ਆਨੰਦ ਲੈ ਲਿਆ ਆਪਣੀਆਂ ਇੱਛਾਵਾਂ ਦਾ। ਬੋਥ ਫਾਦਰ ਐਂਡ ਸਨ ਬਾਊਡ ਦੇਅਰ ਹੈਡਸ, ਦੋਵਾਂ ਪਿਤਾ ਅਤੇ ਪੁੱਤਰ ਨੇ ਆਪਣੇ ਸਿਰ ਝੁਕਾਏ। ਐਜ਼ ਲਾਓ ਐਜ਼ ਹਰ ਫੀਟ, ਉਸਦੇ ਕਦਮਾਂ ਦੇ ਉੱਪਰ ਆਪਣੇ ਸਿਰ ਝੁਕਾਏ। ਯੈਸ ਮਦਰ, ਹਾਂ ਮਾਂ, ਵੀ ਹੈਵ ਹੈਡ ਇਨਫ, ਕਾਫੀ ਹੋ ਚੁੱਕਾ ਹੈ। ਪਲੀਜ਼ ਟਰਨ ਅਸ ਬੈਕ ਇਨਟੂ ਵਟ ਵੀ ਵਰ ਬਿਫੋਰ,
ਕਿਰਪਾ ਕਰਕੇ ਸਾਨੂੰ ਉਸੇ ਤਰ੍ਹਾਂ ਬਣਾ ਦਿਓ ਜਿਵੇਂ ਅਸੀਂ ਪਹਿਲਾਂ ਸੀ। All right, she said, you will both be yourself again tomorrow morning. ਤੁਸੀਂ ਦੋਵੇਂ ਹੀ ਦੁਬਾਰੇ ਆਪਣੇ ਆਪ ਵਾਲਾ ਜੋ ਪਹਿਲਾਂ ਤੁਸੀਂ ਸੀ ਉਸੇ ਤਰ੍ਹਾਂ ਦੀ ਸਥਿਤੀ ਵਿੱਚ ਕੱਲ ਨੂੰ ਸਵੇਰ ਤੱਕ ਆ ਜਾਓਗੇ। Next morning, Subal was the same old man as before. ਅਗਲੀ ਸਵੇਰ ਸੁਬਲ ਓਨਾ ਹੀ ਬੁੱਢਾ ਵਿਅਕਤੀ ਸੀ ਜਿਵੇਂ ਕਿ ਪਹਿਲਾਂ ਸੀ। ਐਂਡ ਸੁਸ਼ੀਲ woke up as the little boy he used to be. ਅਤੇ ਸੁਸ਼ੀਲ ਇੱਕ ਛੋਟੇ ਬੱਚੇ ਦੇ ਰੂਪ ਵਿੱਚ ਉੱਠਿਆ ਜਿਵੇਂ ਉਹ ਪਹਿਲਾਂ ਛੋਟਾ ਬੱਚਾ ਸੀ। Both imagined they had been dreaming. ਦੋਨਾਂ ਨੇ ਕੀ ਕਲਪਨਾ ਕੀਤੀ ਕਿ ਉਹ ਜਿਵੇਂ ਸੁਪਨਾ ਹੀ ਲੈ ਰਹੇ ਸੀ। Subal called his son and said. ਸੁਬਲ ਨੇ ਆਪਣੇ ਪੁੱਤਰ ਨੂੰ ਬੁਲਾਇਆ ਅਤੇ ਉਸਨੂੰ ਪੁੱਛਿਆ, ਸੁਸ਼ੀਲ, ਆਰ ਨਾਟ ਯੂ ਗੋਇੰਗ ਟੂ ਸਟਾਰਟ ਲਰਨਿੰਗ ਯੂਅਰ ਗ੍ਰਾਮਰ? ਕੀ ਤੁਸੀਂ ਆਪਣੀ ਗ੍ਰਾਮਰ ਸਿੱਖਣੀ ਸਟਾਰਟ ਨਹੀਂ ਕਰ ਰਹੇ? ਸੁਸ਼ੀਲ ਸਕ੍ਰੈਚਡ ਹਿਜ਼ ਹੈਡ ਐਂਡ ਸੈਡ. ਸੁਸ਼ੀਲ ਨੇ ਆਪਣਾ ਸਿਰ ਜਾ ਖੁਰਕਿਆ ਅਤੇ ਕਿਹਾ, ਫਾਦਰ, ਆਈ ਹੈਵ ਲੋਸਟ ਮਾਈ ਬੁੱਕ. ਪਿਤਾ ਜੀ, ਮੈਂ ਆਪਣੀ ਬੁੱਕ ਗਵਾ ਚੁੱਕਾ ਹਾਂ। ਓਕੇ ਬੇਟਾ, ਇੱਥੇ ਇਹ ਲੈਸਨ ਤੁਹਾਡਾ ਖਤਮ ਹੁੰਦਾ ਹੈ। ਇਸ ਲੈਸਨ ਤੋਂ ਬੇਟਾ ਸਾਨੂੰ ਸਿੱਖਿਆ ਕੀ ਮਿਲਦੀ ਹੈ ਕਿ ਜੋ ਵੀ ਸਾਡੀ ਸਥਿਤੀ ਹੋਣਾ ਹੈ, ਜਿਸ ਤਰ੍ਹਾਂ ਦਾ ਜੀਵਨ ਵੀ ਅਸੀਂ ਜਿਉ ਰਹੇ ਹਾਂ, ਉਸ ਵਿੱਚ ਸਾਨੂੰ ਕੀ ਹੈ, ਸੰਤੁਸ਼ਟ ਰਹਿਣਾ ਚਾਹੀਦਾ ਹੈ, ਖੁਸ਼ ਰਹਿਣਾ ਚਾਹੀਦਾ ਹੈ। ਕਿਉਂਕਿ ਜੋ ਵੀ ਕਿਸੇ ਵਿਅਕਤੀ ਨੂੰ ਕੁਝ ਮਿਲਦਾ ਹੈ ਉਹ ਸਮੇਂ ਦੇ ਅਨੁਸਾਰ ਉਹੀ ਉਸਨੂੰ ਮਿਲਣਾ ਹੁੰਦਾ ਹੈ। ਇਸ ਲਈ ਸਾਨੂੰ ਆਪਣੀਆਂ ਇੱਛਾਵਾਂ ਬਹੁਤੀਆਂ ਨਹੀਂ ਬਣਾਉਣੀਆਂ ਚਾਹੀਦੀਆਂ ਕਿ ਮੇਰੇ ਕੋਲੇ ਹੁਣ ਇਹ ਹੋਵੇ, ਹੁਣ ਇਹ ਹੋਵੇ। ਜੋ ਵੀ ਪ੍ਰਮਾਤਮਾ ਨੇ ਦੇਣਾ ਹੈ ਸਮੇਂ ਦੇ ਅਨੁਸਾਰ ਸਾਨੂੰ ਦੁੱਖ ਸੁੱਖ ਸਭ ਕੁਝ ਉਸੇ ਤਰ੍ਹਾਂ ਹੀ ਮਿਲਦਾ ਹੈ। ਓਕੇ ਸਟੂਡੈਂਟਸ, ਅਗਲੇ ਵੀਡੀਓ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਇਸ ਲੈਸਨ ਦੇ ਪ੍ਰਸ਼ਨ ਉੱਤਰ ਕਰਾਵਾਂਗਾ। ਤਦ ਤੱਕ ਗੁੱਡ ਬਾਏ।